ਨਾਟਕ, ਇਕਾਂਗੀ ਅਤੇ ਲਘੂ ਨਾਟਕ, ਇਹਨਾਂ ਤਿੰਨਾਂ ਦੇ ਆਪਸੀ ਭੇਦਾਂ ਬਾਰੇ ਮੇਰੀ ਪਹਿਲੀ ਧਾਰਨਾ ਇਹ ਹੈ ਕਿ ਭਾਵੇਂ ਨਾਟ ਵਿਧਾ ਦੇ ਇਤਿਹਾਸ ਵਿੱਚ ਇਹਨਾਂ ਤਿੰਨਾਂ ਨਾਟ ਰੂਪਾਂ ਦੀ ਵੱਖੋ ਵੱਖਰੀ ਹੋਂਦ ਸਵੀਕਾਰ ਕੀਤੀ ਗਈ ਹੈ, ਮੰਨੀ ਜਾਂਦੀ ਹੈ, ਪਰ ਇਹਨਾਂ ਤਿੰਨਾਂ ਦੇ ਕੀ ਭੇਦ ਨੇ, ਇਹ ਕਿਵੇਂ ਇੱਕ ਦੂਜੇ ਤੋਂ ਵੱਖਰੇ ਨੇ, ਇਹ ਤੱਥ ਕਦੇ ਸਪਸ਼ਟ ਨਹੀਂ ਹੋਇਆ। ਇਸ ਸੰਬੰਧ ਵਿੱਚ ਮੇਰੀ ਦੂਜੀ ਧਾਰਨਾ ਇਹ ਹੈ ਕਿ ਸੰਸਾਰ ਦੀਆਂ ਵੱਖੋ ਵੱਖ ਬੋਲੀਆਂ ਦੇ ਨਾਟਕ ਵਿੱਚ ਇਹਨਾਂ ਦੇ ਭੇਦ ਵੀ ਵੱਖਰੇ ਨੇ। ਮਿਸਾਲ ਵਜੋਂ ਪੰਜਾਬੀ ਇਕਾਂਗੀ ਅਤੇ ਲਘੂ ਨਾਟਕ ਹਿੰਦੀ ਅਤੇ ਅੰਗਰੇਜ਼ੀ ਇਕਾਂਗੀਆਂ ਜਾਂ ਲਘੂ ਨਾਟਕਾਂ ਨਾਲੋਂ ਬਹੁਤ ਵੱਖਰੇ ਨੇ। ਨਾਟਕ ਜਿੱਥੇ ਅੰਗਰੇਜ਼ੀ ਦਾ ਲਘੂ ਨਾਟਕ ਜਿੱਥੇ 12 ਤੋਂ 15 ਮਿੰਟ ਦਾ ਇਕਾਂਗੀ ਤੋਂ ਵੀ ਇੱਕ ਛੋਟਾ ਨਾਟ ਰੂਪ ਹੈ, ਉੱਥੇ ਪੰਜਾਬੀ ਲਘੂ ਨਾਟਕ ਇਕਾਂਗੀ ਅਤੇ ਨਾਟਕ ਦੇ ਵਿਚਕਾਰ ਦਾ ਇੱਕ ਨਾਟ ਰੂਪ ਮੰਨਿਆ ਜਾਂਦਾ। ਇੱਕ ਹੋਰ ਵੀ ਉਲਝਣ ਹੈ। ਤਕਨੀਕੀ ਵਿਕਾਸ ਕਾਰਨ ਪਿਛਲੀਆਂ 2 ਸਦੀਆਂ ਦੌਰਾਨ ਸੰਸਾਰ ਭਰ ਦਾ ਰੰਗਮੰਚ ਇੰਨਾ ਬਦਲ ਗਿਆ ਕਿ ਇਹ ਤਿੰਨੇ ਨਾਟ ਰੂਪ ਵੀ ਆਪਸ ਵਿੱਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਬੁਰੀ ਤਰ੍ਹਾਂ ਉਲਝ ਗਏ ਨੇ। ਸੋ ਨਾਟਕ, ਇਕਾਂਗੀ ਤੇ ਲਘੂ ਨਾਟਕ ਦੇ ਅੰਤਰ ਭੇਦਾਂ ਨੂੰ ਪਛਾਣਨ ਦਾ ਮਸਲਾ ਇੱਕ ਗੁੰਝਲਦਾਰ ਮਸਲਾ ਹੈ। ਇਸ ਬਾਰੇ ਕੋਈ ਵੀ ਅੰਤਮ ਨਿਰਣਾ ਦੇਣਾ ਇੱਕ ਜੋਖਮ ਭਰਿਆ ਕਾਰਜ ਹੈ। ਮਾਨਵ ਸਭਿਅਤਾ ਦੇ ਇਤਿਹਾਸ ਵਿੱਚ ਨਾਟ ਵਿਧਾ ਦਾ ਜਨਮ ਬਹੁਤ ਪੁਰਾਣਾ ਮੰਨਿਆ ਜਾਂਦਾ। ਨਾਟਕ ਕਲਾ ਦੇ ਜਨਮ ਦੇ ਸੰਬੰਧ ਵਿੱਚ ਜੋ ਸਭ ਤੋਂ ਪ੍ਰਾਚੀਨ ਹਵਾਲੇ ਸਾਨੂੰ ਮਿਲਦੇ ਨੇ, ਉਹ ਪੱਛਮ ਵਿੱਚ ਅਰਸਤੂ ਦੇ ਗ੍ਰੰਥ ਪੋਇਟਿਕਸ ਨਾਲ ਜਾ ਜੁੜਦੇ ਨੇ, ਤੇ ਸਾਡੇ ਇੱਧਰ ਭਾਰਤੀ ਨਾਟ ਪਰੰਪਰਾ ਦੇ ਵਿੱਚ, ਭਾਰਤੀ ਚਿੰਤਨ ਪਰੰਪਰਾ ਦੇ ਵਿੱਚ ਭਰਤ ਮੁਨੀ ਦੇ ਗ੍ਰੰਥ ਨਾਟਯ ਸ਼ਾਸਤਰ ਨਾਲ। ਪਰ ਇਹ ਤੈਅ ਹੈ ਕਿ ਅਰਸਤੂ ਅਤੇ ਭਰਤ ਮੁਨੀ ਨੇ ਨਾਟ ਕਲਾ ਦੇ ਜਨਮ ਦਾ ਜੋ ਸਮਾਂ ਆਪੋ ਆਪਣੀਆਂ ਪਰੰਪਰਾਵਾਂ ਦੇ ਹਿਸਾਬ ਨਾਲ ਦੱਸਿਆ ਹੈ, ਉਹਨਾਂ ਤੋਂ ਪਹਿਲਾਂ ਵੀ ਦੋਹਾਂ ਹੀ ਸਭਿਅਤਾਵਾਂ ਦੇ ਵਿੱਚ ਇੱਕ ਖਾਸ ਕਿਸਮ ਦਾ ਲੋਕ ਨਾਟਕ ਮੌਜੂਦ ਸੀ। ਇਹ ਇੱਕ ਬਹੁਤ ਹੀ ਦਿਲਚਸਪ ਵਿਸ਼ਾ ਹੈ, ਵਿਸ਼ਵ ਸਭਿਅਤਾ ਵਿੱਚ ਨਾਟਕ ਕਲਾ ਦਾ ਜਨਮ, ਪਰ ਇਸ ਬਾਰੇ ਮੈਂ ਕਿਸੇ ਵੱਖਰੇ ਵੀਡੀਓ ਵਿੱਚ ਗੱਲ ਕਰਨੀ ਚਾਹਾਂਗਾ। ਮੁਸ਼ਕਿਲ ਇਹ ਹੈ ਕਿ ਜੋ ਭਰਤ ਮੁਨੀ ਅਤੇ ਅਰਸਤੂ ਤੋਂ ਪਹਿਲਾਂ ਦੀ ਨਾਟ ਪਰੰਪਰਾ ਸੀ, ਜਾਂ ਉਹਨਾਂ ਦੇ ਦੱਸੇ ਸਮੇਂ ਤੋਂ ਪਹਿਲਾਂ ਦੀ ਨਾਟ ਪਰੰਪਰਾ ਜੋ ਸੀ, ਜਿਸ ਨੂੰ ਮੈਂ ਲੋਕ ਨਾਟ ਪਰੰਪਰਾ ਕਹਿ ਰਿਹਾ, ਉਸ ਬਾਰੇ ਸਾਨੂੰ ਇਹ ਨਹੀਂ ਪਤਾ ਕਿ ਉਹ ਇਕਾਂਗੀ ਦੀ ਸੀ, ਲਘੂ ਨਾਟਕ ਦੀ ਸੀ, ਜਾਂ ਉਹ ਪੂਰੇ ਨਾਟਕ ਦੀ ਸੀ। ਅਰਸਤੂ ਤੇ ਭਰਤ ਮੁਨੀ ਨੇ ਜਿਸ ਨਾਟਕ ਦੀ ਗੱਲ ਕੀਤੀ ਹੈ ਆਪਣੇ ਆਪਣੇ ਚਿੰਤਨ ਦੇ ਵਿੱਚ, ਤੇ ਜਿਸ ਨੂੰ ਅਸੀਂ ਅੱਜ ਸੰਸਾਰ ਦਾ ਮੁੱਢਲਾ ਨਾਟਕ ਮੰਨਦੇ ਹਾਂ, ਆਖਦੇ ਹਾਂ, ਉਹ ਪੱਛਮ ਵਿੱਚ 3 ਜਾਂ 5 ਐਕਟਾਂ ਦੇ ਨਾਟਕ ਬਾਰੇ ਸੀ, ਤੇ ਭਾਰਤੀ ਪਰੰਪਰਾ ਵਿੱਚ ਉਹ ਨਾਟਕ 5 ਜਾਂ 7 ਐਕਟ ਦਾ। ਪਰ ਦੋਹਾਂ ਪਰੰਪਰਾਵਾਂ ਵਿੱਚ ਇਕਾਂਗੀ ਨਾਟਕ ਦੀ ਹੋਂਦ ਵੀ ਇਸ ਨਾਟਕ ਦੇ ਸਮਾਂਤਰ ਕਬੂਲੀ ਗਈ ਹੈ। ਜਿੱਥੋਂ ਤੱਕ ਪੱਛਮੀ ਨਾਟ ਪਰੰਪਰਾ ਦਾ ਸੰਬੰਧ ਹੈ, ਯੂਨਾਨੀ ਨਾਟਕਕਾਰ ਯੂਰੀਪੀਡੀਜ਼, ਉਸ ਦਾ ਲਿਖਿਆ ਹੋਇਆ ਇੱਕ ਨਾਟਕ ਹੈ ਸਾਈਕਲੋਪਸ। ਇਹ ਈਸਾ ਤੋਂ 5 ਸਦੀਆਂ ਪਹਿਲਾਂ ਦਾ ਨਾਟਕ ਮੰਨਿਆ ਗਿਆ। ਇਸ ਨੂੰ ਇਕਾਂਗੀ ਕਿਹਾ ਗਿਆ, ਤੇ ਇਸ ਨੂੰ ਇਕਾਂਗੀ ਕਹਿਣ ਪਿੱਛੇ ਵਜ੍ਹਾ ਇਹ ਹੈ ਕਿ ਇਹ ਆਮ ਦੇ ਵਿਪਰੀਤ, ਜੋ ਉਸ ਵੇਲੇ ਆਮ ਨਾਟਕ ਲਿਖੇ ਜਾਂਦੇ ਸਨ, ਉਹਨਾਂ ਦੇ ਵਿਪਰੀਤ ਸਿਰਫ ਇੱਕ ਅੰਕ ਭਾਵ ਅੰਗ ਦਾ ਨਾਟਕ ਹੈ। ਇਹ ਵੀ ਹਵਾਲੇ ਮਿਲਦੇ ਨੇ ਕਿ ਇਸ ਸਮੇਂ ਦੌਰਾਨ ਯੂਨਾਨ ਦੇ ਐਥਨਸ, ਜੋ ਐਥਨਸ ਦੇ ਵਿੱਚ ਨਾਟ ਮੇਲੇ ਹੋਇਆ ਕਰਦੇ ਸਨ, ਜਿਨ੍ਹਾਂ ਨੂੰ ਐਥੇਨੀਅਨ ਨਾਟ ਮੇਲੇ ਕਿਹਾ ਜਾਂਦਾ ਸੀ, ਉਹਨਾਂ ਵਿੱਚ ਮੁੱਖ ਨਾਟਕਾਂ ਦੇ ਨਾਲ ਨਾਲ 70 ਦੇ ਕਰੀਬ ਹੋਰ ਛੋਟੇ ਨਾਟਕ ਵੀ ਪੇਸ਼ ਕੀਤੇ ਜਾਣ ਦੀ ਰਵਾਇਤ ਸੀ। ਮੁੱਖ ਰੂਪ ਵਿੱਚ ਇਹਨਾਂ ਛੋਟੇ ਨਾਟਕਾਂ ਦਾ ਮਕਸਦ ਦਰਸ਼ਕਾਂ ਦਾ ਮਨੋਰੰਜਨ ਕਰਨਾ ਹੁੰਦਾ ਸੀ। ਈਸਾ ਪੂਰਵ 3 ਸਦੀ ਤੋਂ ਲੈ ਕੇ 1 ਸਦੀ ਤੱਕ ਰੋਮਨ ਫਾਰਸ ਇਹ ਵੀ ਬਹੁਤ ਪ੍ਰਚਲਿਤ ਸਨ, ਪ੍ਰਸਿੱਧ ਸਨ। ਇਹ ਇੱਕ ਤਰ੍ਹਾਂ ਦੇ ਛੋਟੇ ਕਮੇਡੀ ਨਾਟਕ ਸਨ।
ਰੋਮ ਦਾ ਸ਼ਹਿਰ ਸੀ ਅਟੇਲਾ, ਉਹ ਇਹਨਾਂ ਪੇਸ਼ਕਾਰੀਆਂ ਦਾ ਗੜ੍ਹ ਸੀ, ਜਿਸ ਕਾਰਨ ਇਸ ਜੌਨਰ ਨੂੰ ਅਟੇਲਾ ਫਾਰਸ ਜਾਂ ਫੈਬੂਲਾ ਅਟਲਾਨੇ ਵੀ ਕਿਹਾ ਜਾਂਦਾ ਸੀ। ਇਸ ਤੋਂ ਬਾਅਦ ਈਸਾ ਤੋਂ ਬਾਅਦ ਦੂਜੀ ਤੀਜੀ ਸਦੀ ਤੱਕ ਗਿਰਜੇ ਦੇ ਪ੍ਰਭਾਵ ਅਧੀਨ ਰਹੱਸਾਤਮਕ ਅਤੇ ਨੈਤਿਕ ਅਨੁਭਵਾਂ ਜਾਂ ਉਪਦੇਸ਼ਾਂ ਵਾਲੇ ਛੋਟੇ ਨਾਟਕ ਖੇਡੇ ਜਾਣ ਦੀ ਪਰੰਪਰਾ ਹੋਂਦ ਵਿੱਚ ਆਉਂਦੀ ਹੈ, ਜੋ ਖਿੰਡੇ ਪੁੰਡੇ ਰੂਪ ਦੇ ਵਿੱਚ 15ਵੀਂ ਸਦੀ ਭਾਵ ਮੱਧਕਾਲ ਤੱਕ ਜਾਰੀ ਰਹਿੰਦੀ ਹੈ। ਇਸ ਤੋਂ ਬਾਅਦ ਅਸੀਂ ਪੱਛਮ ਵਿੱਚ ਜੋ ਇਕਾਂਗੀ ਦੇਖਦੇ ਹਾਂ, ਬਹੁਤ ਤਾਕਤਵਰ ਇਕਾਂਗੀ ਆ ਉਹ। ਇਟਲੀ ਦੇ ਵਿੱਚ ਉਹ ਪੁਨਰ ਜਾਗਰਣ ਕਾਲ ਭਾਵ 16ਵੀਂ ਸਦੀ ਦੇ ਇਟਲੀ ਦੇ ਵਿੱਚ ਬਹੁਤ ਹੀ ਪ੍ਰੋਫੈਸ਼ਨਲ ਕਿਸਮ ਦੇ ਰੰਗਮੰਚ ਦੇ ਰੂਪ ਵਿੱਚ ਹੋਂਦ ਵਿੱਚ ਆਉਂਦੀ ਹੈ, ਜਿਸ ਨੂੰ ਕਿਹਾ ਗਿਆ ਕਮੇਡੀਆ ਡੈਲ ਆਰਟੇ। ਇਹ ਇੱਕ ਤਰੀਕੇ ਦਾ ਕਮੇਡੀਆ ਡੈਲ ਆਰਟੇ, ਇਹ ਇੱਕ ਤਰੀਕੇ ਦਾ ਇਕਾਂਗੀ ਨਾਟਕ ਸੀ ਤੇ ਮੁੱਖ ਰੂਪ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇਹ ਇੱਕ ਇੰਪਰੋਵਾਈਜੇਸ਼ਨ ਕਿਸਮ ਦਾ ਨਾਟਕ ਸੀ। ਔਰ ਇਸ ਵਿੱਚ ਜੋ ਕਮੇਡੀ ਸੀ ਉਹ ਮੁੱਖ ਤੌਰ 'ਤੇ ਪਾਤਰਾਂ ਦੀ ਸਰੀਰਕ ਅਦਾਕਾਰੀ ਅਤੇ ਮਖੌਟਿਆਂ ਦੇ ਰਾਹੀਂ ਉਤਪੰਨ ਕੀਤੀ ਜਾਂਦੀ ਸੀ। ਮੌਲੀਅਰ 17ਵੀਂ ਸਦੀ ਦਾ ਪ੍ਰਸਿੱਧ ਨਾਟਕਕਾਰ ਸੀ, ਜਿਸ ਨੇ ਦੋ ਨਾਟਕ ਲਿਖੇ, ਕਈ ਨਾਟਕ ਲਿਖੇ, ਜਿਨ੍ਹਾਂ ਵਿੱਚੋਂ ਦੋ ਦ ਸਕੂਲ ਆਫ ਹਸਬੈਂਡਸ ਤੇ ਬੋਰਸ, ਇਹ ਦੋ ਨਾਟਕ ਲਿਖੇ ਤੇ ਮੰਨਿਆ ਜਾਂਦਾ ਕਿ ਇਹ ਨਾਟਕ ਤੇ ਖੁਦ ਮੌਲੀਅਰ ਉਹ ਕਮੇਡੀਆ ਡੈਲ ਆਰਟੇ ਲਹਿਰ ਦੇ ਪ੍ਰਭਾਵ ਅਧੀਨ ਉਪਜਿਆ ਨਾਟਕਕਾਰ ਸੀ। ਇਸ ਤੋਂ ਬਾਅਦ 18ਵੀਂ ਸਦੀ ਵਿੱਚ ਅਸੀਂ ਛੋਟੇ ਨਾਟਕਾਂ ਨੂੰ ਜਾਂ ਇਕਾਂਗੀਆਂ ਨੂੰ ਕਰਟਨ ਰੇਜ਼ਰ ਅਤੇ ਇੰਟਰਲਿਊਡ ਦੇ ਰੂਪ ਵਿੱਚ ਬਦਲਦੇ ਦੇਖਦੇ ਹਾਂ। ਕਰਟਨ ਰੇਜ਼ਰ ਤੇ ਇੰਟਰਲਿਊਡ ਲੰਬੇ ਨਾਟਕ ਦੀਆਂ ਪੇਸ਼ਕਾਰੀਆਂ ਤੋਂ ਪਹਿਲਾਂ ਜਾਂ ਦੋ ਵੱਡੇ ਨਾਟਕਾਂ ਦੇ ਵਿਚਕਾਰ ਦਰਸ਼ਕਾਂ ਦਾ ਦਿਲ ਲਾਈ ਰੱਖਣ ਦੇ ਲਈ ਛੋਟੇ ਨਾਟਕ ਖੇਡੇ ਜਾਂਦੇ ਸਨ, ਜਿਨ੍ਹਾਂ ਨੂੰ ਕਰਟਨ ਰੇਜ਼ਰ ਜਾਂ ਇੰਟਰਲਿਊਡ ਕਿਹਾ ਜਾਂਦਾ ਸੀ। ਮੁੱਖ ਰੂਪ ਵਿੱਚ ਇਹ ਵੀ ਹਾਸ ਵਿਅੰਗ ਦੇ ਨਾਟਕ ਹੁੰਦੇ ਸਨ। ਅੱਜ ਜਿਸ ਨਾਟ ਵਿਧਾ ਨੂੰ ਅਸੀਂ ਇਕਾਂਗੀ ਰੂਪ ਦੇ ਵਿੱਚ ਪਛਾਣਦੇ ਹਾਂ, ਉਸ ਦੀ ਮੁੱਢਲੀ ਤੇ ਸਪਸ਼ਟ ਪਛਾਣ 19ਵੀਂ ਸਦੀ ਦੇ ਪਿਛਲੇਰੇ ਤੇ 20ਵੀਂ ਸਦੀ ਦੇ ਪਹਿਲੇ ਦਹਾਕਿਆਂ ਵਿੱਚ ਵੇਖਣ ਨੂੰ ਮਿਲਦੀ ਹੈ। ਐਂਟਨ ਚੈਖਵ, ਉਸ ਦੀਆਂ ਨਾਟ ਰਚਨਾਵਾਂ ਨੇ ਦ ਬੀਅਰ, ਦ ਪ੍ਰਪੋਜ਼ਲ, ਹੈਨਰਿਕ ਇਬਸਨ ਦੀਆਂ ਨਾਟ ਰਚਨਾਵਾਂ ਦ ਵਾਈਲਡ ਡਕ, ਦ ਮਾਸਟਰ ਬਿਲਡਰ ਅਤੇ ਆਗਸਟ ਸਟ੍ਰਿੰਡਬਰਗ ਦੇ ਨਾਟਕ ਦ ਸਟਰੋਂਗਰ, ਦ ਘੋਸਟ ਸੋਨਾਟਾ। ਇਹ ਉਹ ਸਾਰੇ ਛੋਟੇ ਨਾਟਕ ਜਾਂ ਇਕਾਂਗੀਆਂ ਨੇ ਜਿਨ੍ਹਾਂ ਨੇ ਆਧੁਨਿਕ ਸਮਿਆਂ ਦੇ ਵਿੱਚ ਪੂਰੇ ਨਾਟਕ ਦੇ ਸਮਾਂਤਰ ਇਕਾਂਗੀ ਜਾਂ ਲਘੂ ਨਾਟ ਰੂਪ ਨੂੰ ਉਭਰਨ ਦੇ ਵਿੱਚ ਬਹੁਤ ਵੱਡੀ ਭੂਮਿਕਾ ਅਦਾ ਕੀਤੀ। 20ਵੀਂ ਸਦੀ ਦਾ ਸਮਾਂ ਸੰਸਾਰ ਭਰ ਦੇ ਰੰਗਮੰਚ ਵਿੱਚ ਪ੍ਰਯੋਗਾਂ ਦਾ ਸਮਾਂ। 20ਵੀਂ ਸਦੀ ਦੇ ਪਹਿਲੇ ਅੱਧ ਨੂੰ ਤਾਂ ਜੇ ਅਸੀਂ ਰੰਗਮੰਚੀ ਅੰਦੋਲਨਾਂ ਦਾ ਸਮਾਂ ਵੀ ਕਹਿ ਦਈਏ ਤਾਂ ਸ਼ਾਇਦ ਹੀ ਕੋਈ ਅਤਕਥਨੀ ਹੋਵੇ। ਵਿਗਿਆਨ, ਵਿਸ਼ਵ ਯੁੱਧਾਂ, ਵਿਗਿਆਨ ਦਾ ਅਭਿਆਰ ਹੁੰਦਾ, ਵਿਸ਼ਵ ਯੁੱਧ ਹੁੰਦੇ ਨੇ, ਪੂਰੇ ਯੂਰਪ ਦੇ ਵਿੱਚ ਅੰਦੋਲਨ ਚੱਲ ਰਹੇ ਨੇ, ਸਿਆਸੀ ਉਥਲ-ਪੁਥਲ ਹੋ ਰਹੀ ਹੈ। ਇਹਨਾਂ ਸਾਰੇ ਕਾਰਨਾਂ ਕਰਕੇ ਇੱਕ ਪਾਸੇ ਕਲਾਤਮਕ ਅਤੇ ਸਾਹਿਤਕ ਅੰਦੋਲਨ ਹੋ ਰਹੇ ਨੇ, ਪ੍ਰਯੋਗ ਹੋ ਰਹੇ ਨੇ, ਉੱਥੇ ਸਮਾਜ ਅਤੇ ਸੱਭਿਆਚਾਰ ਵੀ ਬਹੁਤ ਤੇਜ਼ੀ ਨਾਲ ਬਦਲ ਰਹੇ ਨੇ। ਅਚਾਨਕ ਹੀ ਜ਼ਿੰਦਗੀ ਬਹੁਤ ਤੇਜ਼ ਹੋ ਗਈ ਹੈ ਤੇ ਇਸ ਤੇਜ਼ੀ ਨੂੰ ਇਕਾਂਗੀ ਜਾਂ ਲਘੂ ਨਾਟ ਰੂਪ ਬਹੁਤ ਮਾਫਕ ਆਉਂਦਾ। ਹੁਣ ਇਕਾਂਗੀ ਅਤੇ ਲਘੂ ਨਾਟਕ ਇੱਕ ਬਹੁਤ ਪਾਪੂਲਰ, ਇੱਕ ਲੋਕ ਪ੍ਰਸਿੱਧ ਵਿਧਾ ਬਣ ਜਾਂਦੀ ਹੈ ਔਰ ਬਹੁਤ ਵੱਡੇ ਵੱਡੇ ਨਾਟਕਕਾਰ ਇਸ ਨਾਲ ਜੁੜਦੇ ਨੇ। ਸੈਮੂਅਲ ਬੈਕਟ, ਯੂਜੀਨ ਓਨੀਲ ਅਤੇ ਟੈਨਿਸੀ ਵਿਲੀਅਮ ਵੱਡੇ ਨਾਟਕਕਾਰ ਸਨ, ਜਿਨ੍ਹਾਂ ਨੇ ਕੁਝ ਸ਼ਾਨਦਾਰ ਅਤੇ ਪ੍ਰਤਿਭਾਸ਼ਾਲੀ ਇਕਾਂਗੀ ਰਚਨਾਵਾਂ ਰਚਦੇ ਨੇ ਉਹ। ਤੇ ਹੁਣ ਇਹ ਇਕਾਂਗੀਆਂ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਹ ਸਧਾਰਨ ਹਾਸ ਵਿਅੰਗ ਉੱਪਰ ਨਹੀਂ ਖੜੀਆਂ। ਸਧਾਰਨ ਹਾਸ ਵਿਅੰਗ ਨੂੰ ਪਿੱਛੇ ਛੱਡ ਕੇ ਇਹ ਮਨੋਵਿਗਿਆਨਿਕ ਤੇ ਦਾਰਸ਼ਨਿਕ ਵਿਸ਼ਿਆਂ ਨੂੰ ਆਪਣੇ ਕਲੇਵਰ ਵਿੱਚ ਲੈਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਇਸ ਨਾਲ ਸੰਸਾਰ ਕਲਾ ਜਗਤ ਵਿੱਚ ਇਕਾਂਗੀ ਇੱਕ ਸਥਾਪਿਤ ਤੇ ਪ੍ਰਚਲਿਤ ਜਾਂ ਲੋਕਪ੍ਰਿਯ ਨਾਟ ਰੂਪ ਬਣ ਕੇ ਸਾਹਮਣੇ ਆਉਂਦਾ ਹੈ। ਇੱਧਰ ਸਾਡੀ ਭਾਰਤੀ ਨਾਟ ਪਰੰਪਰਾ ਵਿੱਚ ਆਚਾਰਿਆ ਧਨੰਜੇ ਨੇ ਆਪਣੇ 10ਵੀਂ ਸਦੀ ਦੇ ਗ੍ਰੰਥ, ਨਾਟ ਗ੍ਰੰਥ ਦਸ਼ ਰੂਪਕ ਵਿੱਚ
ਨਾਟਕ ਦੇ ਜਿਹੜੇ 10 ਭੇਦ ਕੀਤੇ ਨੇ, ਨਾਟਕ, ਪ੍ਰਕਰਨ, ਭਾਣ, ਪ੍ਰਹਸਨ, ਡਿਮ, ਵਯਯੋਗ, ਸੰਵਕਾਰ, ਵੀਥੀ, ਅੰਕ ਅਤੇ ਈਹਾਮ੍ਰਿਗ। ਇਹਨਾਂ ਵਿੱਚੋਂ 5 ਭਾਣ, ਪ੍ਰਹਸਨ, ਵਯਯੋਗ, ਵੀਥੀ ਅਤੇ ਅੰਕ ਇਹ ਇਕਾਂਗੀ ਨਾਟ ਰੂਪ ਨੇ। ਇਹ 10ਵੀਂ ਸਦੀ ਦੀ ਗੱਲ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਭਾਰਤੀ ਅਤੇ ਸੰਸਕ੍ਰਿਤ ਨਾਟ ਪਰੰਪਰਾ ਦੇ ਵਿੱਚ ਇੱਕ ਅੰਕੀ ਨਾਟਕਾਂ ਦੇ ਹਵਾਲੇ ਮਿਲਣ ਲੱਗ ਪੈਂਦੇ ਨੇ, ਪਰ ਆਚਾਰਿਆ ਧਨੰਜੇ ਦੇ ਗ੍ਰੰਥ ਦਸ਼ਰੂਪਕ ਵਿੱਚ ਇਕਾਂਗੀ ਨਾਟਕ ਦੀ ਹੋਂਦ ਬਿਲਕੁਲ ਸਪਸ਼ਟ ਰੂਪ ਵਿੱਚ ਸਵੀਕਾਰ ਕੀਤੀ ਗਈ ਹੈ ਅਤੇ ਬਕਾਇਦਾ ਇਹਦੀ ਪਰਿਭਾਸ਼ਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਤੋਂ ਇਹ ਅਨੁਮਾਨ ਤਾਂ ਲਗਾਇਆ ਜਾ ਹੀ ਸਕਦਾ ਕਿ ਸੰਸਕ੍ਰਿਤ ਨਾਟਕ ਵਿੱਚ ਇਕਾਂਗੀ ਨਾਟ ਰੂਪ ਦੀ ਹੋਂਦ ਪਹਿਲਾਂ ਤੋਂ ਹੀ ਮੌਜੂਦ ਸੀ ਔਰ ਉਹ ਬਿਲਕੁਲ ਸਵੀਕ੍ਰਿਤ ਸੀ। ਪੰਜਾਬੀ ਨਾਟਕ ਦੇ ਪ੍ਰਸੰਗ ਵਿੱਚ ਵੀ ਇਕਾਂਗੀ ਨਾਟ ਰੂਪ ਦੀ ਗੱਲ ਕਰਨੀ ਬਣਦੀ ਹੈ। ਖਾਸ ਤੱਥ ਇਹ ਹੈ ਕਿ ਰੰਗਮੰਚੀ ਪੱਖੋਂ ਪੰਜਾਬੀ ਨਾਟਕ ਦਾ ਜਨਮ ਜਿਸ ਨਾਟ ਰਚਨਾ ਦੇ ਨਾਲ 20ਵੀਂ ਸਦੀ ਦੇ ਵਿੱਚ ਹੁੰਦਾ ਹੈ, ਉਹ 1913 ਵਿੱਚ ਰਚੀ ਗਈ ਈਸ਼ਵਰ ਚੰਦਰ ਨੰਦੇ ਦੀ ਇਕਾਂਗੀ ਦੁਲਹਨ, ਜਿਸ ਦਾ ਇੱਕ ਨਾਮ ਹੋਰ ਸੁਹਾਗ ਵੀ ਪ੍ਰਚਲਿਤ ਹੈ। ਦੂਜੀ ਨਾਟ ਰਚਨਾ ਵੀ ਬੇਬੇ ਰਾਮ ਭਜਨੀ ਇਕਾਂਗੀ ਹੈ, ਜੋ ਈਸ਼ਵਰ ਚੰਦਰ ਨੰਦੇ ਨੇ ਅਗਲੇ ਹੀ ਸਾਲ ਭਾਵ 1914 ਵਿੱਚ ਲਿਖੀ। ਇਸ ਤੋਂ ਬਾਅਦ ਪੰਜਾਬੀ ਦੇ ਲਗਭਗ ਹਰੇਕ ਨਾਟਕਕਾਰ ਨੇ ਪੂਰੇ ਨਾਟਕਾਂ ਦੇ ਨਾਲ ਨਾਲ ਇਕਾਂਗੀ ਜਾਂ ਲਘੂ ਨਾਟਕਾਂ ਦੀ ਰਚਨਾ ਕਰਨ ਦੀ ਕੋਸ਼ਿਸ਼ ਵੀ ਕੀਤੀ। ਪੰਜਾਬ ਦੇ ਸਕੂਲਾਂ, ਕਾਲਜਾਂ ਦੇ ਯੁਵਕ ਮੇਲਿਆਂ ਅਤੇ ਜਿਹੜੇ ਹੋਰ ਨਾਟ ਮੇਲੇ ਹੁੰਦੇ ਨੇ, ਉਹਨਾਂ ਵਿੱਚ ਅਸੀਂ ਇਕਾਂਗੀ ਦੀ ਬਹੁਤ ਭਰਵੀਂ ਹੋਂਦ ਵੇਖਦੇ ਹਾਂ। ਖੱਬੇ ਪੱਖੀ ਤੇ ਸਮਾਜ ਸੁਧਾਰਕ ਮੰਚ ਵੀ ਪੂਰੇ ਨਾਟਕ ਨਾਲੋਂ ਸਦਾ ਇਕਾਂਗੀ ਨੂੰ ਤਰਜੀਹ ਦਿੰਦੇ ਆਏ ਨੇ ਜਾਂ ਲਘੂ ਨਾਟਕਾਂ ਨੂੰ ਤਰਜੀਹ ਦਿੰਦੇ ਆਏ ਨੇ। ਇਸ ਤਰ੍ਹਾਂ ਇਕਾਂਗੀ ਨਾਟਕ ਅਤੇ ਲਘੂ ਨਾਟਕ ਦਾ ਭੇਦ ਪੰਜਾਬੀ ਨਾਟ ਚਿੰਤਨ ਲਈ ਵੀ ਇੱਕ ਗੰਭੀਰ ਸਵਾਲ ਬਣ ਜਾਂਦਾ। ਅੱਜ ਇਕਾਂਗੀ ਸੰਸਾਰ ਭਰ ਦੇ ਰੰਗਮੰਚ ਦਾ ਚਹੇਤਾ ਨਾਟ ਰੂਪ ਹੈ। ਸਿਰਫ ਹਾਸ ਵਿਅੰਗ ਉਪਜਾਣਾ ਇਸ ਦਾ ਮਨੋਰਥ ਨਹੀਂ ਰਿਹਾ ਅਤੇ ਬਹੁਤ ਹੀ ਗੰਭੀਰ ਅਤੇ ਦਾਰਸ਼ਨਿਕ ਕਿਸਮ ਦੇ ਵਿਸ਼ਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ ਨਾਟ ਰੂਪ ਹੈ। ਨਿਤ ਨਵੇਂ ਉੱਭਰ ਰਹੇ ਪ੍ਰਦਰਸ਼ਨੀ ਮਾਧਿਅਮ ਜਿਵੇਂ ਕਿ ਸਿਨੇਮਾ ਹੋ ਗਿਆ, TV ਜਾਂ ਡਿਜੀਟਲ ਮਾਧਿਅਮ ਅਤੇ OTT ਪਲੇਟਫਾਰਮ, ਇਹਨਾਂ ਕਾਰਨ ਦਰਸ਼ਕਾਂ ਦੇ ਸੋਚ ਸਵਾਦ ਅਤੇ ਪ੍ਰਦਰਸ਼ਨੀ ਤਰਜੀਹਾਂ ਜੋ ਨੇ, ਪ੍ਰੈਫਰੈਂਸਿਸ ਜੋ ਨੇ, ਉਹ ਬਹੁਤ ਤੇਜ਼ੀ ਨਾਲ ਬਦਲ ਰਹੀਆਂ ਨੇ। ਇਕਾਂਗੀ ਅਤੇ ਲਘੂ ਨਾਟਕ ਦੋਵੇਂ ਨਾਟ ਰੂਪ ਵਿਸ਼ਿਆਂ ਅਤੇ ਵਿਧੀਆਂ ਦੇ ਪੱਖੋਂ ਨਿਤ ਨਵੇਂ ਪ੍ਰਯੋਗ ਕਰ ਸਕਦੇ ਨੇ, ਕਰਦੇ ਵੀ ਨੇ, ਅਤੇ ਇਹਨਾਂ ਪ੍ਰਯੋਗਾਂ ਦੇ ਨਾਲ ਜੋ ਸਾਡਾ ਆਲਾ ਦੁਆਲਾ ਬਦਲ ਰਿਹਾ, ਜੋ ਆਲੇ ਦੁਆਲੇ ਦੇ ਸੋਚ ਬਦਲ ਰਹੇ ਨੇ, ਸੋਚ ਸਿਧਾਂਤ, ਇਹ ਉਹਨਾਂ ਦੇ ਹਾਣ ਹੋਣ ਦੀ ਕੋਸ਼ਿਸ਼ ਕਰ ਰਿਹਾ। ਖਾਸ ਕਰਕੇ ਇਹ ਜੌਨਰ ਉਹਨਾਂ ਨਿਰਦੇਸ਼ਕਾਂ ਲਈ ਬਹੁਤ ਹੀ ਆਦਰਸ਼ਕ ਅਤੇ ਆਕਰਸ਼ਕ ਜੌਨਰ ਹੈ ਜਿਹੜੇ ਘੱਟ ਜੋਖਮ ਦੇ ਨਾਲ ਵੱਡੇ ਪ੍ਰਯੋਗ ਕਰਨੇ ਚਾਹੁੰਦੇ ਨੇ। ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਭਾਵੇਂ ਇਕਾਂਗੀ ਨਾਟ ਵਿਧਾ ਦਾ ਜਨਮ ਕਰਟਨ ਰੇਜ਼ਰ ਦੇ ਤੌਰ 'ਤੇ ਹੋਇਆ ਜਾਂ ਇੰਟਰਲਿਊਡ ਦੇ ਤੌਰ 'ਤੇ, ਪਰ ਜੇ ਅੱਜ ਇਹ ਨਾਟ ਰੂਪ ਵਿਕਾਸ ਦੀ ਉੱਚੀ ਚੋਟੀ ਨੂੰ ਛੂਹ ਸਕਿਆ ਤਾਂ ਇਸ ਪਿੱਛੇ ਕਾਰਨ ਸੱਭਿਆਚਾਰਕ ਵੀ ਨੇ ਅਤੇ ਰੰਗਕਰਮੀਆਂ ਦੀ ਕਲਾਤਮਿਕ ਪ੍ਰਯੋਗਾਂ ਦੀ ਬਹੁਤ ਜ਼ਬਰਦਸਤ ਇੱਛਾ ਵੀ ਹੈ। ਘੱਟ ਸਮੇਂ ਵਿੱਚ ਵੱਡੀ ਗੱਲ ਕਹਿਣਾ ਤੇ ਕਹਿਣਾ ਵੀ ਕਿਸੇ ਨਵੀਂ ਵਿਧੀ ਰਾਹੀਂ, ਇਹ ਇੱਛਾ ਅਸਲ ਵਿੱਚ ਇਕਾਂਗੀ ਨਾਟਕ ਦੇ ਜਨਮ ਅਤੇ ਵਿਕਾਸ ਦਾ ਮੁੱਖ ਕਾਰਨ ਬਣੀ ਹੈ। ਆਓ ਹੁਣ ਨਾਟਕ ਇਕਾਂਗੀ ਅਤੇ ਲਘੂ ਨਾਟਕ ਦੇ ਭੇਦਾਂ ਉੱਤੇ ਇੱਕ ਨਜ਼ਰ ਮਾਰਦੇ ਹਾਂ ਅਤੇ ਵੇਖਦੇ ਹਾਂ ਕਿ ਕੀ ਉਹ ਭੇਦ ਸੱਚਮੁੱਚ ਕਾਇਮ ਨੇ ਜਾਂ ਨਹੀਂ। ਨਾਟਕ ਇਕਾਂਗੀ ਅਤੇ ਲਘੂ ਨਾਟਕ ਦੇ ਫਰਕ ਸਥਾਪਿਤ ਕਰਨ ਲਈ ਨਾਟ ਚਿੰਤਕਾਂ ਨੇ ਸਮੇਂ-ਸਮੇਂ 'ਤੇ ਅਨੇਕ ਧਾਰਨਾਵਾਂ ਪੇਸ਼ ਕੀਤੀਆਂ, ਪਰ ਹੈਰਾਨੀ ਵਾਲੀ ਗੱਲ ਹੈ ਕਿ ਉਹ ਧਾਰਨਾਵਾਂ ਬਹੁਤੀ ਦੇਰ ਪ੍ਰਸੰਗਿਕ ਨਹੀਂ ਰਹਿ ਸਕੀਆਂ। ਇਕਾਂਗੀ ਲਿਖਣਾ ਅਤੇ ਖੇਡਣਾ ਦੋਹਾਂ ਪੱਖਾਂ ਤੋਂ ਪੂਰੇ ਨਾਟਕ ਨਾਲੋਂ ਇੱਕ ਸੌਖਾ ਕੰਮ ਸੀ, ਜਿਸ ਕਾਰਨ ਇਸ ਵਿੱਚ
ਪ੍ਰਯੋਗ ਹੋਣ ਦੀ ਗਤੀ ਬਹੁਤ ਤੇਜ਼ ਸੀ ਔਰ ਪ੍ਰਯੋਗ ਬਹੁਤ ਸੌਖੇ ਘੱਟ ਜੋਖਮ ਨਾਲ ਹੋ ਸਕਦੇ ਸਨ। ਦੂਜਾ, ਵੱਖੋ ਵੱਖਰੀਆਂ ਭਾਸ਼ਾਵਾਂ ਦੇ ਰੰਗਮੰਚਾਂ ਦੀਆਂ ਭੌਤਿਕ, ਸਮਾਜਿਕ, ਆਰਥਿਕ ਤੇ ਤਕਨੀਕੀ ਪਰਿਸਥਿਤੀਆਂ ਵੀ ਬਿਲਕੁਲ ਵੱਖੋ ਵੱਖਰੀਆਂ ਸਨ, ਜਿਸ ਕਾਰਨ ਵੱਖ-ਵੱਖ ਦੇਸ਼ਾਂ, ਖਿੱਤਿਆਂ ਜਾਂ ਭਾਸ਼ਾਵਾਂ ਵਿੱਚ ਇਹ ਭੇਦ ਵੀ ਵੱਖਰੇ ਤੌਰ ਤੇ ਉੱਭਰ ਕੇ ਸਾਹਮਣੇ ਆਏ। ਇੱਕ ਤਾਂ ਭੇਦ ਸੀ, ਦੂਜੀ ਥਾਂ ਨਹੀਂ ਸੀ। ਜਾਂ ਜੇ ਕੋਈ ਭੇਦ ਇੱਕ ਸਮੇਂ ਇੱਕ ਸਥਾਨ ਤੇ ਨਜ਼ਰ ਆਇਆ, ਅਗਲੇ ਹੀ ਸਮੇਂ ਉਸੇ ਹੀ ਸਥਾਨ ਤੇ ਉਹ ਕਿਸੇ ਹੋਰ ਪ੍ਰਯੋਗ ਨੇ ਉਹ ਭੇਦ ਖਤਮ ਕਰਤਾ, ਉਹ ਨਹੀਂ ਨਜ਼ਰ ਆਇਆ, ਮਿਟ ਗਿਆ। ਨਾਟਕ, ਇਕਾਂਗੀ ਅਤੇ ਲਘੂ ਨਾਟਕ, ਇਹਨਾਂ ਤਿੰਨਾਂ ਦੇ ਭੇਦਾਂ ਬਾਰੇ ਤੁਸੀਂ ਰੰਗਮੰਚ ਸਕਾਲਰਾਂ ਦੇ ਜਿੰਨੇ ਮਰਜ਼ੀ ਲੇਖ ਪੜ੍ਹ ਲਓ, ਉਹ ਇਸ ਫਰਕ ਬਾਰੇ ਕੋਈ ਸਪਸ਼ਟ ਨਿਰਣਾ ਦੇਣ ਵਿੱਚ ਹਮੇਸ਼ਾ ਅਸਫਲ ਰਹੇ ਨੇ। ਜੇ ਕਿਸੇ ਨੇ ਕੁਝ ਸਥਾਪਨਾ ਕੀਤੀਆਂ ਵੀ ਨੇ, ਉਹ ਦੂਜਿਆਂ ਦੀਆਂ ਕੀਤੀਆਂ ਸਥਾਪਨਾਵਾਂ ਨਾਲੋਂ ਬਿਲਕੁਲ ਵੱਖਰੀਆਂ ਨੇ। ਆਓ ਇੱਕ ਨਜ਼ਰ ਉਹਨਾਂ ਭੇਦਾਂ ਤੇ ਮਾਰਦੇ ਹਾਂ ਜੋ ਖਾਸ ਕਰਕੇ ਨਾਟਕ ਅਤੇ ਇਕਾਂਗੀ ਨੂੰ ਵੱਖਰੇ ਨਾਟ ਰੂਪ ਸਥਾਪਿਤ ਕਰਨ ਲਈ ਆਮ ਕੀਤੇ ਜਾਂਦੇ ਨੇ। ਕਿਹਾ ਜਾਂਦਾ ਹੈ ਕਿ ਇਕਾਂਗੀ ਨਾਟਕ ਦਾ ਵਿਸ਼ਾ ਬਹੁਤ ਪਸਾਰੀ ਹੈ, ਹੋ ਸਕਦਾ ਹੈ, ਪਰ ਇਕਾਂਗੀ ਦਾ ਵਿਸ਼ਾ ਇਕਹਿਰੀ ਪਰਤ ਵਾਲਾ ਹੁੰਦਾ ਹੈ। ਇਕਾਂਗੀ ਵਿੱਚ ਇੱਕੋ ਕਥਾਨਕ ਹੁੰਦਾ ਹੈ, ਕੋਈ ਉਪ ਕਥਾਨਕ ਹੋਣ ਦੀ ਸੰਭਾਵਨਾ ਨਹੀਂ ਹੁੰਦੀ, ਜਦੋਂ ਕਿ ਨਾਟਕ ਵਿੱਚ 2, 3 ਜਾਂ 4 ਉਪ ਕਥਾਨਕ ਹੋ ਸਕਦੇ ਹਨ। ਕਿਹਾ ਜਾਂਦਾ ਕਿ ਇਕਾਂਗੀ ਦੇ ਪਾਤਰ ਘੱਟ ਹੁੰਦੇ ਨੇ, ਇਕਾਂਗੀ ਦੇ ਪਾਤਰ ਘੱਟ ਹੁੰਦੇ ਹਨ, ਮੰਚ ਜੜਤ ਥੋੜੀ ਅਤੇ ਚਿੰਨ੍ਹਾਤਮਕ ਹੁੰਦੀ ਹੈ, ਕਨਫਲਿਕਟ ਭਾਵ ਟੱਕਰ ਅੰਸ਼ ਸੀਮਤ ਹੁੰਦਾ ਹੈ। ਨਾਟਕ ਵਿੱਚ 3, 5 ਜਾਂ 7 ਐਕਟ ਹੋ ਸਕਦੇ ਨੇ, ਪਰ ਇਕਾਂਗੀ ਵਿੱਚ ਸਿਰਫ ਇੱਕੋ ਐਕਟ ਭਾਵ ਇੱਕ ਅੰਕ ਹੁੰਦਾ ਹੈ। ਇਹ ਵੀ ਕਿਹਾ ਗਿਆ ਕਿ ਨਾਟਕ ਮੱਠੀ ਤੋਰ ਤੁਰਦਾ ਹੈ, ਪਰ ਇਕਾਂਗੀ ਬਹੁਤ ਤੇਜ਼ ਚਾਲ ਚੱਲਦੀ ਹੈ। ਨਾਟਕ ਦਾ ਕਲਾਈਮੈਕਸ ਲੰਬਾ ਹੋ ਸਕਦਾ ਹੈ ਤੇ ਕਲਾਈਮੈਕਸ ਤੋਂ ਬਾਅਦ ਇਸ ਦਾ ਰੈਜ਼ੋਲੂਸ਼ਨ ਵਾਲਾ ਭਾਗ ਵੀ ਹੋ ਸਕਦਾ ਹੈ, ਪਰ ਇਕਾਂਗੀ ਦਾ ਕਲਾਈਮੈਕਸ ਵਿਸਫੋਟ ਵਾਂਗ ਝਟਪਟਾ ਹੁੰਦਾ ਹੈ ਤੇ ਇਸ ਵਿੱਚ ਵੱਖਰੇ ਰੈਜ਼ੋਲੂਸ਼ਨ ਦੀ ਸੰਭਾਵਨਾ ਬਿਲਕੁਲ ਨਹੀਂ ਹੁੰਦੀ। ਤਾਂ ਇਹ ਉਹ ਸਾਰੇ ਭੇਦ ਨੇ ਜੋ ਹੁਣ ਤੱਕ ਆਮ ਕਰਕੇ ਨਾਟਕ ਅਤੇ ਇਕਾਂਗੀ ਦੇ ਫਰਕ ਨੂੰ ਸਥਾਪਿਤ ਕਰਨ ਲਈ ਕੀਤੇ ਗਏ ਨੇ। ਅਗਲੇ ਵੀਡੀਓ ਵਿੱਚ ਅਸੀਂ ਵੇਖਦੇ ਹਾਂ ਕਿ ਇਹ ਭੇਦ ਅਤੇ ਸਥਾਪਨਾਵਾਂ ਅੱਜ ਕਿੰਨੀਆਂ ਕੁ ਢੁਕਵੀਆਂ ਤੇ ਸਾਰਥਕ ਨੇ।